ਦ ਬੈਨੀਪਾਲ ਨੈਟਵਰਕ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਦੋਸਤੋ, ਆਓ ਜਿਹੜੀਆਂ ਖਬਰਾਂ ਨੂੰ ਆਧਾਰ ਬਣਾਉਣਾ ਹੈ, ਸੰਖੇਪ ਦੇ ਵਿੱਚ ਪਹਿਲਾਂ ਇੱਕ ਨਜ਼ਰ ਉਹਨਾਂ ਤੇ ਮਾਰ ਲਈਏ। ਅਮਰੀਕਾ ਵਿੱਚ ਇੱਕ ਪੰਜਾਬਣ ਨੇ ਸਿਰਜਿਆ ਇਤਿਹਾਸ। 80 ਲੱਖ ਡਾਲਰ ਦਾ ਇੱਕ ਗੁਜਰਾਤੀ ਭਾਰਤੀ ਨੇ ਕਬੂਲਿਆ ਆਪਣਾ ਗੁਨਾਹ। ਅੰਦੋਲਨ ਵਿੱਚ ਸ਼ਿਰਕਤ ਕਰ ਰਹੇ ਇੱਕ ਕਿਸਾਨ ਨੂੰ NIA ਨੇ ਭੇਜਿਆ ਨੋਟਿਸ। ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਅਤੇ ਕਈ ਹੋਰਨਾਂ ਨੂੰ ਵੀ NIA ਨੇ ਭੇਜੇ ਸੰਮਨ। ਇੱਕ ਕਿਸਾਨ ਜਥੇਬੰਦੀ ਨੇ ਪਹਿਲੀ ਕਮੇਟੀ ਭੰਗ ਕਰਕੇ ਨਵੀਂ ਕਮੇਟੀ ਬਣਾਉਣ ਲਈ ਸੁਪਰੀਮ ਕੋਰਟ ਤੋਂ ਕੀਤੀ ਮੰਗ। ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਬਜ਼ੁਰਗਾਂ ਨੇ ਸਾਈਕਲਾਂ ਤੇ ਕੱਤੀਆਂ ਵਹੀਰਾਂ ਅਤੇ ਟਿਕਰੀ ਸਰਹੱਦ ਤੇ ਇੱਕ ਕਿਸਾਨ ਦੀ ਹੋਈ ਹੋਰ ਮੌਤ। ਦੋਸਤੋ, ਇਹ ਕੁਝ ਖਬਰਾਂ ਨੇ ਜਿਨ੍ਹਾਂ ਨੂੰ ਆਧਾਰ ਬਣਾਵਾਂਗੇ ਅਤੇ ਇਹਦੇ ਨਾਲ ਕੁਝ ਹੋਰ ਖਬਰਾਂ ਵੀ ਨੇ ਜਿਹੜੀਆਂ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਵਿਸਥਾਰ ਨਾਲ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਤੇ ਜੇਕਰ ਉਸ ਤੋਂ ਪਹਿਲਾਂ ਬੇਨਤੀ ਹੈ, ਤੁਸੀਂ ਆਪਣੇ ਇਸ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਜ਼ਰੂਰ ਔਨ ਕਰ ਲੈਣੀ। ਤੇ ਆਓ ਅੱਜ ਦੀਆਂ ਇਹਨਾਂ ਖਬਰਾਂ ਦੇ ਉੱਤੇ ਵਿਸਥਾਰ ਨਾਲ ਗੱਲਬਾਤ ਕਰੀਏ। ਜਿੱਥੇ ਕੱਲ੍ਹ ਤੁਹਾਡੇ ਨਾਲ ਖਬਰ ਇੱਕ ਬੜੀ ਮੰਦਭਾਗੀ ਸਾਂਝੀ ਕੀਤੀ ਸੀ ਕਿ ਇੱਕ ਪੰਜਾਬੀ ਨੇ ਆਪਣੀ ਵੀ ਜਾਨ ਲੈ ਲਈ, ਆਪਣੀ ਧੀ ਦੀ ਵੀ ਜਾਨ ਲੈ ਲਈ, ਆਪਣੀ ਸੱਸ ਦੀ ਵੀ ਜਾਨ ਲੈ ਲਈ ਅਤੇ ਉਹਨਾਂ ਦੀ ਘਰਵਾਲੀ ਜ਼ਖਮੀ ਹੈ, ਇਸ ਵਕਤ ਜੇਰੇ ਇਲਾਜ ਹੈ। ਅੱਜ ਖਬਰ ਚੰਗੀ ਮਿਲੀ ਹੈ। ਬਰਨਾਲਾ ਦੀ ਬੇਟੀ ਗਰਮਾ ਵਰਮਾ ਵਾਈਟ ਹਾਊਸ ਦੇ ਵਿੱਚ ਉਸ ਦੀ ਐਂਟਰੀ ਹੋ ਗਈ ਹੈ ਅਤੇ ਉਹ ਅਮਰੀਕੀ ਰਾਸ਼ਟਰਪਤੀ ਬਾਈਡਨ ਦੀ ਪਤਨੀ ਜਿਲ ਬਾਈਡਨ ਦੀ ਡਿਜੀਟਲ ਡਾਇਰੈਕਟਰ ਦੇ ਤੌਰ ਤੇ ਅਪੁਆਇੰਟ ਕਰ ਦਿੱਤੀ ਗਈ ਹੈ। ਆਪਣੇ ਆਪ ਦੇ ਵਿੱਚ ਇਹ ਬਹੁਤ ਵੱਡੀ ਪ੍ਰਾਪਤੀ ਹੈ ਇੱਕ ਪੰਜਾਬਣ ਮੁਟਿਆਰ ਦੀ। ਉਹਨਾਂ ਦੀ ਨਿਯੁਕਤੀ ਦੇ ਨਾਲ ਉਹਨਾਂ ਦੇ ਸ਼ਹਿਰ ਬਰਨਾਲਾ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਦੌੜ ਗਈ ਹੈ। ਖਾਸ ਕਰਕੇ ਉਹਨਾਂ ਦੇ ਦਾਦੀ ਆਨੰਦ ਰਾਣੀ, ਚਾਚਾ ਸ਼ਮੀਰ ਮਹਿੰਦਰੂ ਅਤੇ ਚਾਚੀ ਮੋਨਾ ਵਰਮਾ ਖੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ। ਅਸਲ ਦੇ ਵਿੱਚ ਦੱਸਣਾ ਬਣਦਾ ਕਿ ਗਰਮਾ ਵਰਮਾ ਦਾ ਜਿਹੜਾ ਜਨਮ ਵੀ ਹੈ ਉਹ ਪੰਜਾਬ ਦਾ ਹੀ ਹੈ। 18 ਮਈ ਤੇ 1993 ਨੂੰ ਉਹ ਆਪਣੇ ਪਿਤਾ ਰਮਨ ਵਰਮਾ ਅਤੇ ਮਾਤਾ ਪ੍ਰੀਤੀ ਵਰਮਾ ਦੇ ਘਰ ਪੈਦਾ ਹੋਏ ਸਨ। ਹਲੇ ਸਾਲਕ ਦੇ ਹੀ ਸੀ ਕਿ 1994 ਦੇ ਵਿੱਚ ਇਹਨਾਂ ਦੇ ਮਾਤਾ ਪਿਤਾ ਅਮਰੀਕਾ ਆ ਗਏ ਤੇ ਇਹ ਛੋਟੀ ਸਾਲਕ ਦੀ ਬੱਚੀ ਗਰਮਾ ਵੀ ਉਹਨਾਂ ਦੇ ਨਾਲ ਆਈ। ਗਰਮਾ ਪੰਜਾਬ ਦੇ ਵਿੱਚ ਜੰਮੀ ਜਾਈ, ਓਹੀਓ ਅਤੇ ਕੈਲੀਫੋਰਨੀਆ ਦੇ ਵਿੱਚ ਪਲੀ ਅਤੇ ਵੱਡੀ ਹੋਈ ਅਤੇ ਇੱਥੋਂ ਹੀ ਸਿੱਖਿਆ ਪ੍ਰਾਪਤ ਕੀਤੀ। ਗਰਮਾ ਦੇ ਪਿਤਾ ਰਮਨ ਵਰਮਾ ਹਾਰਟ ਦੇ ਡਾਕਟਰ ਨੇ, ਜਦੋਂ ਕਿ ਮਾਤਾ ਪ੍ਰੀਤੀ ਵਰਮਾ ਬੱਚਿਆਂ ਦੇ ਡਾਕਟਰ ਨੇ। ਅਮਰੀਕਾ ਦੇ ਵਿੱਚ ਵੀ ਇੱਕ ਹਸਪਤਾਲ ਚਲਾ ਰਹੇ ਨੇ ਤੇ ਆਪਣੇ ਬਜ਼ੁਰਗਾਂ ਦੇ ਨਾਂ ਤੇ ਚਲਾ ਰਹੇ ਨੇ ਤੇ ਹਸਪਤਾਲ ਦਾ ਨਾਮ ਹੈ ਹੀਰਾ ਲਾਲ। ਡਾਕਟਰ ਹੀਰਾ ਲਾਲ ਗਰਮਾ ਵਰਮਾ ਦੇ ਪੜਦਾਦਾ ਸਨ। ਉਸ ਤੋਂ ਬਾਅਦ ਗਰਮਾ ਦੇ ਦਾਦਾ ਜੀ ਮਨੋਹਰ ਲਾਲ ਵਰਮਾ ਵੀ ਡਾਕਟਰ, ਫਿਰ ਉਹਨਾਂ ਦੇ ਪਿਤਾ ਰਮਨ ਵਰਮਾ ਵੀ ਡਾਕਟਰ। ਉਹਨਾਂ ਨੇ ਵੀ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਪ੍ਰਾਂਤ ਵਿੱਚ ਇੱਕ ਸ਼ਹਿਰ ਦੇ ਵਿੱਚ ਹੀਰਾ ਲਾਲ ਦੇ ਨਾਂ ਤੇ ਹਸਪਤਾਲ ਖੋਲ੍ਹਿਆ ਅਤੇ ਬਰਨਾਲਾ ਵਿੱਚ ਵੀ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਹੀਰਾ ਲਾਲ ਹਸਪਤਾਲ ਇਸ ਵਕਤ ਵੀ ਚੱਲ ਰਿਹਾ ਹੈ ਅਤੇ ਬਰਨਾਲਾ ਵਿੱਚ ਚੱਲ ਰਹੇ ਹਸਪਤਾਲ ਨੂੰ ਡਾਕਟਰ ਮੋਨਾ ਵਰਮਾ ਦੇਖਭਾਲ ਕਰਦੇ ਨੇ, ਜੋ ਕਿ ਗਰਮਾ ਦੇ ਚਾਚੀ ਜੀ ਨੇ। ਹੁਣ ਤੁਸੀਂ ਦੇਖੋ ਕਿ ਇਹ ਨਹੀਂ ਕਿ ਕਈ ਬੱਚੇ ਪੰਜਾਬ ਤੋਂ ਜਾਂ ਭਾਰਤ ਤੋਂ ਜਾਂ ਕਿਸੇ ਹੋਰ ਮੁਲਕ ਤੋਂ ਕਿਸੇ ਹੋਰ ਮੁਲਕ ਵਿੱਚ ਆ ਕੇ ਵਸਦੇ ਹੈ ਪਰ ਮੁੜ ਕੇ ਉਹ ਆਪਣੇ ਮੁਲਕ ਨਹੀਂ ਜਾਂਦੇ। ਗਰਮਾ ਦੇ ਚਾਚਾ ਜੀ ਨੇ ਦੱਸਿਆ ਕਿ ਗਰਮਾ ਵਰਮਾ ਹਰ ਵਰੇ ਭਾਰਤ ਆਉਂਦੀ ਹੈ ਤੇ ਪੰਜਾਬ ਨਾਲ ਉਹਨੂੰ ਅਥਾਹ ਪਿਆਰ ਹੈ ਤੇ ਆਪਣੇ ਸੱਭਿਆਚਾਰ ਸੰਸਕ੍ਰਿਤੀ ਨੂੰ ਬਹੁਤ ਮੁਹੱਬਤ ਕਰਦੀ ਹੈ। ਅਮਰੀਕਾ ਵਿੱਚ ਦਿਲ ਲਾ ਕੇ ਪੜ੍ਹੀ ਹੈ, ਹੁਣ ਆ ਵੱਡੀ ਉਹਦੀ ਪ੍ਰਾਪਤੀ ਹੈ। ਅਮਰੀਕਾ ਵਿੱਚ ਉਸਨੇ ਐਂਟਰਟੇਨਮੈਂਟ ਦਾ ਕੋਰਸ ਵੀ ਕੀਤਾ। ਉਹ ਚੋਣਾਂ ਵਿੱਚ ਰਾਸ਼ਟਰਪਤੀ ਬਾਈਡਨ ਦੀ ਟੀਮ ਦਾ ਹਿੱਸਾ ਵੀ ਰਹੀ ਅਤੇ ਪ੍ਰਚਾਰ ਦੀ ਕਮਾਂਡ ਵੀ ਉਹ ਸੰਭਾਲਦੀ ਰਹੀ। ਜਿਸ ਕੰਮ ਨੂੰ ਉਹ ਕਹਿੰਦੇ ਕਰਨਾ ਮਿੱਥ ਲਵੇ, ਉਹ ਕੰਮ ਕਰਕੇ ਉਹ ਦਮ ਲੈਂਦੀ ਹੈ, ਚਾਹੇ ਉਹ ਮੰਜ਼ਿਲ ਕਿੰਨੀ ਵੀ ਦੂਰ ਕਿੰਨੀ ਵੀ ਔਖੀ ਕਿਉਂ ਨਾ ਹੋਵੇ, ਪਰ ਉਸ ਨੂੰ ਮੁਕਾਮ ਨੂੰ ਹਾਸਲ ਕਰਕੇ ਹੀ ਰਹਿੰਦੀ ਹੈ। ਸੋ ਆਪਣੇ ਆਪ ਦੇ ਵਿੱਚ ਗਰਮਾ ਵਰਮਾ ਦੀ ਇਹ ਨਿਯੁਕਤੀ ਬਹੁਤ ਵੱਡੇ ਮਾਣ ਦੀ ਗੱਲ ਹੈ ਕਿ ਅਮਰੀਕਾ ਦੀ ਫਸਟ ਲੇਡੀ ਦੇ ਨਾਲ ਉਹ ਰਿਹਾ ਕਰਨਗੇ। ਸੋ ਅਗਲੀ ਜਿਹੜੀ ਖਬਰ ਹੈ, ਤੁਸੀਂ ਦੇਖੋ ਕਿ ਇੱਕ ਪੋਜ਼ਿਟਿਵ ਖਬਰ ਤੇ ਦੂਸਰੇ ਪਾਸੋਂ ਇੱਕ ਭਾਰਤੀ ਨੇ ਪਰ ਗੁਜਰਾਤੀ ਮੂਲ ਦੇ ਨੇ, ਇਹਨਾਂ ਨੇ ਸਿਰ ਨਵਾ ਕੇ ਰੱਖ ਦਿੱਤਾ ਹੈ। ਜਾਣਕਾਰੀ ਮਿਲ ਰਹੀ ਹੈ ਕਿ ਕੰਪਿਊਟਰ ਮਾਧਿਅਮ ਦੇ ਰਾਹੀਂ ਕਾਲਾਂ ਕਰਦੇ ਸੀ। ਅਮਰੀਕਾ ਦੇ ਵਿੱਚ ਬਜ਼ੁਰਗਾਂ ਤੋਂ ਲਗਭਗ 80 ਲੱਖ ਡਾਲਰ 58 ਕਰੋੜ ਰੁਪਏ ਤੋਂ ਜ਼ਿਆਦਾ ਰਕਮ ਬਣਦੀ ਹੈ ਭਾਰਤ ਵਾਲੀ ਇਹ ਕਰੰਸੀ ਦੇ ਵਿੱਚ। 80 ਲੱਖ ਡਾਲਰ ਤੋਂ ਜ਼ਿਆਦਾ ਦੀ ਧੋਖਾਧੜੀ ਦੇ ਮਾਮਲੇ ਦੇ ਵਿੱਚ ਇਸ ਵਿਅਕਤੀ ਨੇ ਆਪਣਾ ਜੁਰਮ ਸਵੀਕਾਰ ਕਰ ਲਿਆ। ਉਸ ਨੂੰ ਹੁਣ ਆਉਣ ਵਾਲੀ 14 ਮਈ ਨੂੰ ਸਜ਼ਾ ਸੁਣਾਈ ਜਾਏਗੀ।
ਸਾਜ਼ਿਸ਼ ਰਚਣ ਦੇ ਮਾਮਲੇ ਵਿੱਚ ਉਸ ਨੂੰ ਜਿੱਥੇ ਵੱਧ ਤੋਂ ਵੱਧ 20 ਸਾਲ ਦੀ ਸਜ਼ਾ ਹੋ ਸਕਦੀ ਹੈ, ਉੱਥੇ ਆਪਣੀ ਪਹਿਚਾਣ ਲੁਕਾਉਣ ਦੇ ਮਾਮਲੇ ਵਿੱਚ ਵੀ ਉਸ ਨੂੰ 2 ਸਾਲ ਦੀ ਸਜ਼ਾ ਹੋਰ ਭੁਗਤਣੀ ਪੈ ਸਕਦੀ ਹੈ। ਜਾਣਕਾਰੀ ਦੇ ਮੁਤਾਬਕ 39 ਵਰ੍ਹਿਆਂ ਦੇ ਸ਼ਹਿਜ਼ਾਦ ਖਾਨ ਪਠਾਨ ਗੁਜਰਾਤ ਦੇ ਅਹਿਮਦਾਬਾਦ ਵਿੱਚ ਇੱਕ ਕਾਲ ਸੈਂਟਰ ਚਲਾਉਂਦਾ ਸੀ। ਕੰਪਿਊਟਰ ਰਾਹੀਂ ਅਮਰੀਕਾ ਵਿੱਚ ਕਾਲਾਂ ਕਰਾਉਂਦਾ ਸੀ। ਪਠਾਨ ਅਤੇ ਉਸਦੇ ਕਰੀਬੀ ਪਹਿਲਾਂ ਲੋਕਾਂ ਨੂੰ ਮਿੱਠੀਆਂ ਗੱਲਾਂ ਵਿੱਚ ਫਸਾਉਂਦੇ, ਬਾਅਦ ਵਿੱਚ ਪੈਸੇ ਭੇਜਣ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਝਾਂਸੇ ਦਿੰਦੇ ਤੇ ਪੀੜਤਾਂ ਵੱਲੋਂ ਪੈਸੇ ਭੇਜਣ ਵਿੱਚ ਆਨਾਕਾਨੀ ਕਰਨ ਤੇ ਇਹ ਲੋਕ ਫਿਰ ਉਹਨਾਂ ਨੂੰ ਧਮਕੀਆਂ ਦਿੰਦੇ। ਇਮੀਗ੍ਰੇਸ਼ਨ ਏਜੰਸੀ ਵੱਲੋਂ ਕਾਰਵਾਈਆਂ ਦੀਆਂ ਧਮਕੀਆਂ। ਅਦਾਲਤ ਦੇ ਵਿੱਚ ਦਾਖਲ ਦਸਤਾਵੇਜ਼ਾਂ ਦੇ ਮੁਤਾਬਕ ਪਠਾਨ ਨੇ ਪੀੜਤਾਂ ਤੋਂ ਪੈਸੇ ਲੈਣ ਲਈ ਕਈ ਲੋਕਾਂ ਨੂੰ ਭਰਤੀ ਵੀ ਕੀਤਾ ਹੋਇਆ ਸੀ। ਵਰਜੀਨੀਆ, ਨਿਊ ਜਰਸੀ, ਮਿਨੀਸੋਟਾ, ਟੈਕਸਸ, ਕੈਲੀਫੋਰਨੀਆ, ਸਾਊਥ ਕੈਰੋਲੀਨਾ, ਇਹਨਾਂ ਦੇ ਵਿੱਚ ਪਠਾਨ ਦਾ ਨੈਟਵਰਕ ਚੱਲ ਰਿਹਾ ਸੀ। ਭਰਤੀ ਕੀਤੇ ਗਏ ਲੋਕ ਪਹਿਲਾਂ ਪੀੜਤਾਂ ਤੋਂ ਪੈਸੇ ਲੈਂਦੇ, ਬਾਅਦ ਵਿੱਚ ਪਠਾਨ ਨੂੰ ਭੇਜ ਦਿੰਦੇ ਸੀ। ਭਾਰਤ ਵਿੱਚ ਪੈਸੇ ਭੇਜਣ ਲਈ ਨਾ ਕੇਵਲ ਫਰਜ਼ੀ ਦਸਤਾਵੇਜ਼ਾਂ ਦੇ ਸਹਾਰੇ ਬੈਂਕ ਅਕਾਊਂਟ ਖੋਲ੍ਹੇ ਗਏ, ਸਗੋਂ ਹਵਾਲਾ ਦੀ ਵਰਤੋਂ ਵੀ ਕੀਤੀ ਜਾਂਦੀ ਸੀ। ਨਿਆਂ ਵਿਭਾਗ ਨੇ ਕਿਹਾ ਕਿ ਪਠਾਨ ਨੇ 5000 ਤੋਂ ਜ਼ਿਆਦਾ ਲੋਕਾਂ ਨਾਲ ਠੱਗੀ ਮਾਰੀ ਹੈ ਅਤੇ ਘੱਟੋ ਘੱਟ 80 ਲੱਖ ਡਾਲਰਾਂ ਦਾ ਉਹਨਾਂ ਨੂੰ ਚੂਨਾ ਲਾ ਦਿੱਤਾ ਹੈ। ਇਹ ਤਾਂ ਖਬਰ ਅਮਰੀਕਾ ਦੀ ਹੈ। ਸ਼ਾਇਦ ਤੁਸੀਂ ਜੇਕਰ ਕੈਨੇਡਾ ਵਿੱਚ ਰਹਿੰਦੇ ਹੋ, ਤੁਹਾਨੂੰ ਇੱਕ ਅੱਧਾ ਦਿਨ ਹੀ ਸ਼ਾਇਦ ਰਹਿੰਦਾ ਹੋਵੇ ਜਾਂ ਇੱਕ ਅੱਧਾ ਦਿਨ ਤੁਹਾਡਾ ਲੰਘਦਾ ਹੋਵੇ, ਕੋਈ ਨਾ ਕੋਈ ਤੁਹਾਨੂੰ ਫੋਨ ਕਾਲ ਆਉਂਦੀ ਹੈ ਕਿ ਤੁਹਾਡਾ ਜੀ ਸਿਨ ਨੰਬਰ ਇਸ ਵਕਤ ਕ੍ਰਿਮੀਨਲ ਦੇ ਦਾਇਰੇ ਵਿੱਚ ਆ ਗਿਆ ਹੈ। ਜੇਕਰ ਤੁਸੀਂ ਬਣਦੀ ਇਹਦੇ ਤੇ ਲੋੜੀਂਦੀ ਫੌਰੀ ਤੌਰ ਤੇ ਕਾਰਵਾਈ ਨਾ ਕੀਤੀ ਤਾਂ ਤੁਹਾਨੂੰ ਪੁਲਿਸ ਨੇ ਆ ਕੇ ਗ੍ਰਿਫਤਾਰ ਕਰ ਲੈਣਾ। ਜੇਕਰ ਤੁਸੀਂ ਇਹ ਗੱਲਬਾਤ ਕਰਨੀ ਚਾਹੁੰਦੇ ਹੋ, ਮਾਮਲਾ ਸੁਲਝਾਉਣਾ ਚਾਹੁੰਦੇ ਹੋ ਤਾਂ ਪ੍ਰੈਸ 1 ਕਰੋ। ਜੋ ਹੀ ਪ੍ਰੈਸ 1 ਕਰੀਦਾ ਤਾਂ ਮੂਹਰੇ ਇਹ ਦਰਸਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਅਸੀਂ ਇਮੀਗ੍ਰੇਸ਼ਨ ਦਾ ਅਫਸਰ ਹਾਂ ਜਾਂ ਫਿਰ ਰੈਵਨਿਊ ਕੈਨੇਡਾ ਏਜੰਸੀ ਦੇ ਨਾਲ ਸੰਬੰਧਿਤ ਅਧਿਕਾਰੀ ਹਾਂ। ਹੋਰਨਾਂ ਦੀ ਗੱਲ ਛੱਡਾਂ, ਮੈਨੂੰ ਵੀ ਲਗਭਗ 1-2 ਦਿਨਾਂ ਬਾਅਦ ਇਸ ਤਰ੍ਹਾਂ ਦਾ ਫੋਨ ਆਉਂਦਾ। ਨੰਬਰ 1 ਵੀ ਪ੍ਰੈਸ ਕਰੀਦਾ, ਉਹਨਾਂ ਨੂੰ ਪੁੱਛੀਦਾ ਕਿ ਜੇ ਮੇਰਾ ਸੋਸ਼ਲ ਇੰਸ਼ੋਰੈਂਸ ਨੰਬਰ ਇਸ ਵਕਤ ਖਤਰੇ ਦੇ ਵਿੱਚ ਹੈ, ਖਤਰੇ ਦੀ ਘੰਟੀ ਖੜਕ ਰਹੀ ਹੈ, ਪਹਿਲਾਂ ਮੇਰਾ ਨੰਬਰ ਦੱਸ ਦਿਓ ਕੀ ਹੈ। ਨੰਬਰ ਤਾਂ ਤੁਹਾਡੇ ਸਾਹਮਣੇ ਹੋਣਾ ਨਾ। ਜਿਹੜਾ ਨੰਬਰ ਇਸ ਵਕਤ ਲਾਲ ਲਕੀਰ 'ਚ ਜਾ ਵੜਿਆ, ਨਾਲ ਦੀ ਨਾਲ ਫੋਨ ਹੈਂਗ ਅਪ ਕਰ ਦਿੰਦੇ ਨੇ, ਕਿਉਂਕਿ ਜੇ ਤਾਂ ਉਹਨਾਂ ਕੋਲੇ ਸਿਨ ਨੰਬਰ ਹੋਵੇ ਫਿਰ ਤਾਂ ਤੁਹਾਨੂੰ ਦੱਸਣ। ਕਈ ਵਾਰੀ ਕਹਿੰਦੇ ਨੇ ਕਿ ਜੇਕਰ ਤੁਸੀਂ ਫੌਰੀ ਤੌਰ ਤੇ ਇੰਨੇ ਪੈਸੇ ਹੁਣੀ ਜਮ੍ਹਾਂ ਨਾ ਕਰਵਾਏ ਫਿਰ ਤੁਹਾਨੂੰ ਗ੍ਰਿਫਤਾਰ ਕਰ ਲੈਣਾ। ਉਹਨਾਂ ਨੂੰ ਪੁੱਛੀਦਾ ਆਪਣਾ ਨੰਬਰ ਤਾਂ ਦਿਓ, ਜਿਹੜੀ ਤੁਸੀਂ ਰੈਵਨਿਊ ਕੈਨੇਡਾ ਏਜੰਸੀ ਤੋਂ ਬੋਲਦੇ ਹੋ, ਏਜੰਟ ਕੌਣ ਹੋ ਤੁਸੀਂ, ਨਾਲ ਦੀ ਨਾਲ ਫੋਨ ਹੈਂਗ ਅਪ ਕਰ ਦਿੰਦੇ ਆ। ਤੇ ਇਹਦੇ ਤੋਂ ਵੀ ਜਿਹੜੀ ਸਭ ਤੋਂ ਮਾੜੀ ਖਬਰ ਇਹਦੇ ਵਿੱਚ ਦੱਸਣ ਵਾਲੀ ਇਹ ਹੈ ਕਿ ਉਹਨਾਂ ਵਿੱਚੋਂ ਲਗਭਗ ਸਭ ਤੋਂ ਵੱਧ ਕਾਲਾਂ ਕਰਨ ਵਾਲੇ ਭਾਰਤੀ ਮੂਲ ਦੇ ਲੋਕ ਨੇ। ਬੀਤੇ ਵਰ੍ਹਿਆਂ ਦੇ ਵਿੱਚ ਕੈਨੇਡੀਅਨ ਪੁਲਿਸ, RCMP ਅਤੇ ਦਿੱਲੀ ਪੁਲਿਸ ਦੇ ਸਾਂਝੇ ਇੱਕ ਛਾਪੇ ਦੇ ਵਿੱਚ ਦਿੱਲੀ ਦੇ ਵਿੱਚੋਂ ਕਈ ਲੋਕ ਫੜੇ ਸਨ, ਕੰਪਿਊਟਰ ਫੜੇ ਗਏ ਸੀ ਤੇ ਹੋਰ ਉਹਨਾਂ ਦੇ ਉਪਕਰਨ ਫੜੇ ਗਏ ਸਨ। ਪਰ ਇਹ ਲੋਕ ਹਾਲੇ ਵੀ ਬਾਜ਼ ਨਹੀਂ ਆਉਂਦੇ, ਕਿਉਂਕਿ ਠੱਗੀ ਮਾਰ ਕੇ ਗੁਜ਼ਾਰਾ ਕਰਨਾ ਠੱਗਾਂ ਦੇ ਕਿਹੜਾ ਹਲ ਵਗਦੇ। ਸੋ ਕੋਈ ਨਾ ਕੋਈ ਹੀਲਾ, ਕੋਈ ਨਾ ਕੋਈ ਵਸੀਲਾ ਕਰਦੇ ਆ। ਪਰ ਤੁਹਾਨੂੰ ਮੈਂ ਅਗਾਹ ਕਰਨਾ ਚਾਹੁੰਦਾ, ਜੇਕਰ ਤੁਹਾਨੂੰ ਇਸ ਤਰ੍ਹਾਂ ਦੀ ਫੋਨ ਕਾਲ ਆਉਂਦੀ ਹੈ ਕਿ ਤੁਹਾਡਾ ਸਿਨ ਨੰਬਰ ਕਿਸੇ ਖਤਰੇ ਦੀ ਘੰਟੀ ਦੇ ਵਿੱਚ ਹੈ, ਤੁਹਾਨੂੰ ਆ ਕੇ ਪੁਲਿਸ ਨੇ ਫੜ ਲੈਣਾ ਹੈ, ਤੁਸੀਂ ਫਲਾਣੇ ਥਾਂ ਤੇ ਪੈਸੇ ਡਾਲਰ ਜਮ੍ਹਾਂ ਕਰਵਾ ਦਿਓ, ਬਿਲਕੁਲ ਝਾਂਸੇ ਵਿੱਚ ਨਹੀਂ ਆਉਣਾ, ਨਹੀਂ ਤਾਂ ਸਮਝੋ ਤੁਸੀਂ ਵੀ ਠੱਗੇਗਾ, ਜਿਸ ਤਰ੍ਹਾਂ ਆ ਪਠਾਨ ਨੇ 80 ਲੱਖ ਡਾਲਰਾਂ ਦੀ ਠੱਗੀ ਮਾਰੀ ਹੈ। ਤੇ ਅਗਲੀ ਖਬਰ ਹੈ, ਇਹ ਬਹੁਤ ਵੱਡੀ ਖਬਰ ਹੈ। ਦੁਨੀਆ ਦੇ ਹੁਣ ਚੌਥੇ ਨੰਬਰ ਦੇ ਅਮੀਰ ਨੇ ਬਿਲ ਗੇਟਸ। ਕਿਸੇ ਵੇਲੇ ਪਹਿਲੇ ਨੰਬਰ ਤੇ ਵੀ ਹੋਇਆ ਕਰਦੇ ਸੀ, ਕਦੇ ਪਹਿਲੇ ਤੇ ਕਦੇ ਦੂਸਰੇ ਤੇ, ਪਰ ਹੁਣ ਵੀ ਚੌਥੇ ਨੰਬਰ ਤੇ ਦੁਨੀਆ ਦੇ ਅਮੀਰ ਨੇ ਬਿਲ ਗੇਟਸ। ਮਾਈਕਰੋਸਾਫਟ ਕੰਪਨੀ ਦੇ ਸੰਸਥਾਪਕ ਨੇ, ਅਮੀਰਾਂ ਦੇ ਵਿੱਚ ਇਹਨਾਂ ਦਾ ਨਾਮ ਸ਼ੁਮਾਰ ਹੈ। ਤੇ ਜਾਣਕਾਰੀ ਮਿਲ ਰਹੀ ਹੈ ਕਿ ਵੱਡੇ ਪੈਮਾਨੇ ਤੇ ਇਹਨਾਂ ਨੇ ਖੇਤੀ ਕਰਨ ਵਾਲੀ ਜ਼ਮੀਨ ਖਰੀਦੀ ਹੈ। ਇੱਕ ਰਿਪੋਰਟ ਦੇ ਮੁਤਾਬਕ ਬਿਲ ਗੇਟਸ ਅਮਰੀਕਾ ਦੇ 18 ਸੂਬਿਆਂ ਦੇ ਵਿੱਚ ਕੁੱਲ 2,42,000 ਏਕੜ ਖੇਤੀ ਜ਼ਮੀਨ ਦੇ ਮਾਲਕ ਹੋ ਗਏ ਹੈ। ਹਾਲਾਂਕਿ ਬਿਲ ਗੇਟਸ ਨੇ ਇਹ ਵੀ ਦੱਸਣਾ ਬਣਦਾ ਹੈ ਕਿ ਸਿਰਫ ਖੇਤੀਯੋਗ ਜ਼ਮੀਨ ਦੇ ਵਿੱਚ ਹੀ ਨਿਵੇਸ਼ ਨਹੀਂ ਕੀਤਾ, ਬਲਕਿ ਹਰ ਤਰ੍ਹਾਂ ਦੀ ਜ਼ਮੀਨ ਖਰੀਦੀ ਹੈ ਤੇ ਕੁੱਲ ਰਕਬਾ 2,68,984 ਏਕੜ ਦੱਸਿਆ ਜਾ ਰਿਹਾ, ਜਿਸ ਤੇ ਉਹ ਮਾਲਕ ਬਣ ਗਏ ਆ। ਇਹ ਜ਼ਮੀਨ ਅਮਰੀਕਾ ਦੇ 19 ਸੂਬਿਆਂ ਦੇ ਵਿੱਚ ਸਥਿਤ ਦੱਸੀ ਜਾ ਰਹੀ ਹੈ। ਇਹਨਾਂ ਵਿੱਚ ਐਰੀਜ਼ੋਨਾ, ਉੱਥੇ ਵੀ ਜਿਹੜੀ ਜ਼ਮੀਨ ਇਹਨਾਂ ਨੇ ਖਰੀਦੀ ਹੈ, ਜਿੱਥੇ ਉਹ ਕਹਿੰਦੇ ਸਮਾਰਟ ਸਿਟੀ ਵਸਾਉਣੀ ਹੈ, ਉਹ ਵੀ ਇਹਦੇ ਵਿੱਚ ਸ਼ਾਮਲ ਹੈ। ਬਿਲ ਗੇਟਸ 65 ਵਰ੍ਹਿਆਂ ਦੇ ਹੈ। ਅਮਰੀਕਾ ਦੇ ਲੂਸੀਆਨਾ ਦੇ ਵਿੱਚ 69,000 ਏਕੜ, ਅਰਕਾਨਸਸ ਦੇ ਵਿੱਚ 48,000 ਏਕੜ, ਐਰੀਜ਼ੋਨਾ ਵਿੱਚ 25,000 ਏਕੜ ਖੇਤੀਯੋਗ ਜ਼ਮੀਨ ਖਰੀਦੀ ਹੈ। ਹੁਣ ਤੱਕ ਪਰ ਇਹ ਸਾਫ਼ ਨਹੀਂ ਹੋ ਸਕਿਆ ਕਿ ਬਿਲ ਗੇਟਸ ਨੇ ਕਿਉਂ ਖੇਤੀਯੋਗ ਇੰਨੀ ਜ਼ਿਆਦਾ ਜ਼ਮੀਨ ਇੱਕੋ ਹੀ ਦਮ ਖਰੀਦ ਲਈ ਹੈ।
पर यह जानकारी आम तौर पर जनतक भी नहीं की गई। बिल गेट्स ने यह जमीन सीधे तौर पर नाल ही परसनल इन्वेस्टमेंट एंटिटी कास्केड इन्वेस्टमेंट के जरिए खरीदी है। तो साल 2018 के भी वाशिंगटन स्टेट के उन्होंने 16,000 एकड़ जमीन खरीदी सी। तो जी वाशिंगटन के उन्होंने जमीन खरीदी सी, ਉਹਦੇ ਚੋਂ 14,500 एकड़ ਜ਼ਮੀਨ ਹਾਰਟਸ ਹੈਵਨ ਹਿਲਸ ਵਿੱਚ ਖਰੀਦੀ ਗਈ ਸੀ, ਜਿਸ ਦੇ ਇਵਜ਼ ਦੇ ਵਿੱਚ ਉਹਨਾਂ ਨੂੰ ਕਰੀਬ 1251 ਕਰੋੜ ਦੇਣੇ ਪਏ ਸਨ ਅਤੇ ਇਹ ਸਾਲ 2018 ਵਿੱਚ ਖਰੀਦੀ ਗਈ ਸਭ ਤੋਂ ਜ਼ਿਆਦਾ ਮਹਿੰਗੀ ਜ਼ਮੀਨ ਸੀ। ਕਿਉਂਕਿ ਬਹੁਤ ਸਾਰੇ ਲੋਕ ਹਾਲੇ ਤੱਕ ਇਹੀ ਕਹਿੰਦੇ ਸੀ, ਇਹ ਮੈਂ ਤਾਂ ਤੁਹਾਡੇ ਨਾਲ ਖਬਰ ਅੱਜ ਸਾਂਝੀ ਕਰ ਰਹੇ ਹਾਂ ਕਿ ਕਈ ਕਹਿੰਦੇ ਨੇ ਕਿ ਜਿਹੜੇ ਵੱਡੇ ਵੱਡੇ ਘਰਾਣੇ ਨੇ, ਕਾਰਪੋਰੇਸ਼ਨਾਂ ਨੇ, ਉਹਨਾਂ ਨੇ ਜ਼ਮੀਨ ਤੋਂ ਕੀ ਕਰਾਉਣਾ, ਉਹਨਾਂ ਦੀ ਜ਼ਮੀਨ ਵੱਲ ਅੱਖ ਹੀ ਨਹੀਂ। ਕੋਈ ਘੜੀਆਂ ਬਣਾਈ ਜਾਂਦਾ, ਕੋਈ ਮਾਈਕਰੋਸਾਫਟ ਬਣਾਈ ਜਾਂਦਾ, ਕੋਈ ਕੁਛ ਹੋਰ ਬਣਾਈ ਜਾਂਦਾ ਕਿ ਉਹਨਾਂ ਨੇ ਜ਼ਮੀਨ ਕੀ ਕਰਨੀ ਹੈ। ਹੁਣ ਇਹਦੇ ਤੋਂ ਵੱਡੀ ਉਦਾਹਰਨ ਹੋਰ ਕੀ ਦਿੱਤੀ ਜਾ ਸਕਦੀ ਹੈ। ਅਮਰੀਕਾ ਵਰਗੇ ਮੁਲਕ ਦੇ ਵਿੱਚ ਲੱਖਾਂ ਏਕੜ ਜ਼ਮੀਨ ਖਰੀਦੀ ਹੈ ਮਾਈਕਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਨੇ। ਤੇ ਹੁਣ ਆਪਾਂ ਭਾਰਤ ਵੱਲ ਨੂੰ ਰੁਖ ਕਰਦੇ ਹਾਂ। ਅਸਲ ਦੇ ਵਿੱਚ ਕਿਸਾਨ ਅੰਦੋਲਨ ਲਗਾਤਾਰ ਗਰਮ ਵੀ ਹੁੰਦਾ ਜਾ ਰਿਹਾ ਤੇ 26 ਜਨਵਰੀ ਨੇੜੇ ਆ, ਸਾਰਿਆਂ ਦੇ ਨਜ਼ਰਾਂ ਵੀ ਟਿਕੀਆਂ ਹੋਈਆਂ ਨੇ, ਭਾਵੇਂ ਸਰਕਾਰ ਹੈ ਤੇ ਭਾਵੇਂ ਸਰਕਾਰ ਦੀਆਂ ਏਜੰਸੀਆਂ ਨੇ। ਆਹ ਖਬਰ ਹੈ ਕਿ ਅੰਦੋਲਨ ਦੇ ਵਿੱਚ ਜਿਹੜੇ ਕਿਸਾਨ ਸ਼ਿਰਕਤ ਕਰ ਰਹੇ ਨੇ, ਹੁਣ ਤਾਂ ਉਹਨਾਂ ਨੂੰ ਵੀ ਇੱਕ ਕੌਮੀ ਏਜੰਸੀ ਦੇ ਨੋਟਿਸ ਆਉਣੇ ਸ਼ੁਰੂ ਹੋ ਗਏ ਨੇ। ਸਿੰਘੂ ਬਾਰਡਰ ਤੇ ਲਗਾਤਾਰ ਕਿਸਾਨਾਂ ਦਾ ਅੰਦੋਲਨ ਗਰਮਾ ਵੀ ਰਿਹਾ ਤੇ ਉਧਰ ਟਿਕਰੀ ਤੇ ਗਾਜ਼ੀਪੁਰ ਤੇ ਵੀ। ਇਸੇ ਦੌਰਾਨ ਖਬਰ ਮਿਲੀ ਹੈ ਕਿ NIA ਨੇ ਅੰਦੋਲਨ ਦੇ ਵਿੱਚ ਸ਼ਾਮਲ ਕਿਸਾਨ ਜਿਨ੍ਹਾਂ ਦਾ ਨਾਮ ਜਸਬੀਰ ਸਿੰਘ ਦੱਸਿਆ ਜਾ ਰਿਹਾ, ਉਹਨਾਂ ਨੂੰ ਇੱਕ ਨੋਟਿਸ ਭੇਜਿਆ, ਜਿਸ ਦੇ ਵਿੱਚ ਉਹਨਾਂ ਨੂੰ ਪੁੱਛਗਿੱਛ ਵਾਸਤੇ 18 ਜਨਵਰੀ ਨੂੰ ਦਿੱਲੀ ਦੇ ਲੋਧੀ ਰੋਡ ਦੇ ਵਿੱਚ ਬੁਲਾ ਲਿਆ ਗਿਆ। ਇਹ ਕਿਸਾਨ ਪੰਜਾਬ ਦੇ ਰਹਿਣ ਵਾਲੇ ਨੇ ਤੇ ਨਾਮ ਹੈ ਜਸਬੀਰ ਸਿੰਘ। ਜਸਬੀਰ ਸਿੰਘ ਦਾ ਕਹਿਣਾ ਹੈ ਕਿ ਇਹ ਅੰਦੋਲਨ ਨੂੰ ਦਬਾਉਣ ਦੀ ਇੱਕ ਕੋਸ਼ਿਸ਼ ਹੈ। ਉਹਨਾਂ ਤੇ ਦੇਸ਼ ਵਿਰੋਧੀ ਧਾਰਾਵਾਂ ਲਗਾਈਆਂ ਗਈਆਂ ਨੇ, ਪਰ ਉਹ ਪੁੱਛਗਿੱਛ ਲਈ ਫਿਰ ਵੀ ਜਾਣਗੇ। ਜਸਬੀਰ ਸਿੰਘ ਕਹਿੰਦੇ ਕਿਸਾਨ ਆਉਣ ਵਾਲੀ 26 ਤਾਰੀਖ ਨੂੰ ਭਾਵ 26 ਜਨਵਰੀ ਨੂੰ ਪਰੇਡ ਦੀਆਂ ਤਿਆਰੀਆਂ ਕਰ ਰਹੇ ਨੇ। ਲੱਖਾਂ ਦੀ ਗਿਣਤੀ ਦੇ ਵਿੱਚ ਇਸ ਕਿਸਾਨ ਇਕੱਠੇ ਹੋਣਗੇ। ਕਿਸਾਨ ਸਰਕਾਰ ਵੱਲੋਂ ਸਿਰਫ ਇੰਨਾ ਹੀ ਕਹਿ ਰਹੇ ਨੇ ਕਿ ਉਹ ਸ਼ਾਂਤੀਪੂਰਨ ਤਰੀਕੇ ਨਾਲ ਪਰੇਡ ਕਰਨਗੇ। ਜੇਕਰ ਸਰਕਾਰ ਨਹੀਂ ਮੰਨ ਰਹੀ ਤਾਂ 3 ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਹਾਲੇ ਵੀ ਜਿੱਦ ਤੇ ਅੜੀ ਹੋਈ ਹੈ ਕਿ ਵਾਪਸ ਨਹੀਂ ਲੈਣੇ, ਤਾਂ ਫਿਰ ਸਾਡੇ ਕੋਲ ਬਦਲ ਕੀ ਹੈ। ਅਸੀਂ ਅੰਦੋਲਨ ਤਾਂ ਕਰ ਹੀ ਸਕਦੇ ਹਾਂ ਨਾ। ਜੇ ਅਸੀਂ ਅੰਦੋਲਨ ਕਰ ਰਹੇ ਹਾਂ, ਸੰਘਰਸ਼ ਕਰ ਰਹੇ ਹਾਂ, ਕਰ ਵੀ ਸ਼ਾਂਤਮਈ ਰਹੇ ਹਾਂ, ਇਸ ਗੱਲ ਨੂੰ ਸੁਪਰੀਮ ਕੋਰਟ ਨੇ ਵੀ ਮੰਨਿਆ ਕਿ ਕਿਸਾਨਾਂ ਦਾ ਸੰਘਰਸ਼ ਸ਼ਾਂਤਮਈ ਚੱਲ ਰਿਹਾ ਹੈ, ਤੇ ਫਿਰ ਵੀ ਸਾਨੂੰ ਨੋਟਿਸ ਆ ਰਹੇ ਨੇ। ਉਹ ਕਹਿੰਦੇ ਉਹਨਾਂ ਨੂੰ ਇੱਕ ਇੰਸਪੈਕਟਰ ਦਾ ਫੋਨ ਆਇਆ ਕਿ ਭਾਰਤ ਦੀ ਸਭ ਤੋਂ ਵੱਡੀ ਜਾਂਚ ਏਜੰਸੀ NIA ਨੇ ਉਹਨਾਂ ਤੋਂ ਪੁੱਛਗਿੱਛ ਕਰਨੀ ਹੈ। ਉਹਨਾਂ ਵੱਲੋਂ 2 ਦਸੰਬਰ ਤੋਂ ਦੱਸਣਾ ਬਣਦਾ ਹੈ ਕਿ ਇਸ ਬਾਰਡਰ ਦੇ ਉੱਤੇ ਲੰਗਰ ਲਾਇਆ ਹੋਇਆ, ਮੈਡੀਕਲ ਸੇਵਾ ਵੀ ਨਾਲੋਂ ਨਾਲ ਉਹਨਾਂ ਵੱਲੋਂ ਦਿੱਤੀ ਜਾ ਰਹੀ ਹੈ। ਉਹ ਕਿਸਾਨਾਂ ਦੀ ਸੇਵਾ ਦਿਨ ਰਾਤ ਕਰ ਰਹੇ ਹੈ। ਪਰ ਜੇਕਰ ਸਰਕਾਰ ਨੂੰ ਲੱਗਦਾ ਕਿ ਗਲਤ ਹੈ ਤਾਂ ਕਹਿੰਦੇ ਪੁੱਛਗਿੱਛ ਵਾਸਤੇ ਜਾਣਗੇ। ਉਹਨਾਂ ਨੂੰ 18 ਜਨਵਰੀ ਨੂੰ ਬੁਲਾਇਆ ਗਿਆ। ਦੇਖਦੇ ਆ ਕਿ ਜਸਬੀਰ ਸਿੰਘ ਹੋਰਾਂ ਤੋਂ ਪੁੱਛਗਿੱਛ ਕਿਹੋ ਜਿਹੀ ਹੁੰਦੀ ਹੈ ਤੇ ਆ ਕੇ ਉਹ ਕੀ ਦੱਸਦੇ ਆ। ਉਹ ਕਹਿੰਦੇ ਜੇਕਰ ਕੁਝ ਗਲਤ ਹੋਇਆ, ਲੰਗਰ ਲਾਉਣਾ ਗਲਤ ਹੈ ਜਾਂ ਅੰਦੋਲਨ ਕਰਨਾ ਗਲਤ ਹੈ, ਜਾਂ ਇਸ ਵਕਤ ਜਿਹੜੇ ਕਿਸਾਨ ਅੰਦੋਲਨ ਕਰ ਰਹੇ ਨੇ ਉਹਨਾਂ ਨੂੰ ਦਵਾਈਆਂ ਦਾ ਲੰਗਰ ਲਾਉਣਾ ਗਲਤ ਹੈ, ਤਾਂ ਮੈਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਪਰ ਉਹ ਅੰਦੋਲਨ ਦੇ ਵਿੱਚ ਡਟੇ ਰਹਿਣਗੇ। ਇਹ ਕਹਿੰਦੇ ਅੰਦੋਲਨ ਨੂੰ ਦਬਾਉਣ ਦੀਆਂ ਸਰਕਾਰ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਉਹ ਪੁੱਛਗਿੱਛ ਲਈ ਤਾਂ ਤਿਆਰ ਨੇ, ਪਰ ਕਹਿੰਦੇ ਜਿਹੜੀਆਂ ਧਾਰਾਵਾਂ ਲਗਾਈਆਂ ਗਈਆਂ ਨੇ ਉਹ ਦੇਸ਼ ਵਿਰੋਧੀ ਨੇ। ਉਹ ਕਹਿੰਦੇ ਮੈਨੂੰ ਸਮਝ ਨਹੀਂ ਆਉਂਦੀ ਕਿ ਜਿਹੜੇ ਕਾਨੂੰਨ ਸਾਡੇ ਤੇ ਬਣਾ ਦਿੱਤੇ ਗਏ ਹੈ, ਜਦੋਂ ਸਾਨੂੰ ਇਹ ਚਾਹੀਦੇ ਨਹੀਂ, ਅਸੀਂ ਤੇ ਕਿਸਾਨਾਂ ਨੂੰ ਆਪਣੇ ਆਗੂਆਂ ਨੂੰ ਮੀਟਿੰਗ ਦੇ ਵਿੱਚ ਭੇਜਦੇ ਹਾਂ ਤੇ ਅਸੀਂ ਦੇਸ਼ ਧਰੋਹੀ ਕਿਵੇਂ ਹੋ ਗਏ, ਅਸੀਂ ਦੇਸ਼ ਵਿਰੋਧੀ ਕਿਵੇਂ ਹੋ ਗਏ ਕਿ ਆਪਣੇ ਹੱਕਾਂ ਦੀ ਆਵਾਜ਼ ਚੁੱਕਣਾ ਦੇਸ਼ ਵਿਰੋਧੀ ਹੋਇਆ ਕਰਦਾ ਹੈ। ਹੁਣ ਵੇਖਦੇ ਹਾਂ ਕਿ 18 ਤਰੀਕ ਦੀ ਪੇਸ਼ੀ ਤੋਂ ਬਾਅਦ ਕੀ ਹੁੰਦਾ। ਇਹ ਤਾਂ ਇੱਕ ਕਿਸਾਨ ਨੂੰ ਆਏ ਨੇ। ਇਹਦੇ ਤੋਂ ਪਹਿਲਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਨਨਕਾਣਾ ਸਾਹਿਬ ਬੱਸ ਸਰਵਿਸ ਦੇ ਮਾਲਕ ਝੱਜ ਸਾਹਿਬ ਨੂੰ ਆ ਗਏ। 2 ਉਹ ਬਿਜ਼ਨਸਮੈਨ ਜਿਹੜੇ ਡੀਜ਼ਲ ਮੁਫਤ ਵਿੱਚ ਦਿੰਦੇ ਸੀ ਉਹਨਾਂ ਨੂੰ ਆ ਗਏ। ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਪਟਿਆਲੇ ਦੇ ਪੱਤਰਕਾਰ ਹੈ ਉਹਨਾਂ ਨੂੰ ਆ ਗਏ। ਹਾਲੇ ਤੇ ਉਸ ਖਬਰ ਦੀ ਸਿਆਹੀ ਨਹੀਂ ਸੀ ਸੁੱਕੀ ਤੇ ਆਹ ਖਬਰਾਂ ਲਗਾਤਾਰ ਹੋਰ ਮਿਲ ਰਹੀਆਂ ਨੇ। ਖਬਰ ਹੈ ਕਿ ਇਸ ਕੌਮੀ ਜਾਂਚ ਏਜੰਸੀ NIA ਨੇ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਉਹਨਾਂ ਨੂੰ, ਇਸ ਦੇ ਨਾਲ ਹੀ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ ਸਮੇਤ 13 ਲੋਕਾਂ ਦੇ ਉੱਪਰ ਗੰਭੀਰ ਧਾਰਾਵਾਂ ਲਾ ਕੇ ਇੱਕ ਨੋਟਿਸ ਭੇਜ ਦਿੱਤਾ ਤੇ ਕੇਸ ਦਰਜ ਕਰ ਦਿੱਤਾ। ਇਹਨਾਂ ਸਾਰਿਆਂ ਦੇ ਖਿਲਾਫ ਨਵੇਂ ਖੇਤੀ ਸੁਧਾਰ ਕਾਨੂੰਨਾਂ ਨੂੰ ਲੈ ਕੇ ਸਰਕਾਰ ਖਿਲਾਫ ਭੜਕਾਊ ਬਿਆਨਬਾਜ਼ੀ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਸਮਾਜ ਦੇ ਵਿੱਚ ਬੇਚੈਨੀ ਫੈਲਾਉਣ ਦੇ ਦੋਸ਼ ਲਾਏ ਗਏ ਨੇ।
ਇਹਨਾਂ ਸਾਰਿਆਂ ਨੂੰ NIA ਨੇ 17 ਜਨਵਰੀ ਨੂੰ ਪੇਸ਼ ਹੋਣ ਵਾਸਤੇ ਆਖਿਆ ਸੀ। NIA ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਜਥੇਬੰਦੀ ਸਿੱਖਸ ਫॉर ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਭਾਰਤ ਵਿੱਚ ਡਰ ਅਤੇ ਗੈਰ ਧਾਰਮਿਕ ਮਾਹੌਲ ਪੈਦਾ ਕਰਨ ਅਤੇ ਲੋਕਾਂ ਵਿੱਚ ਬੇਚੈਨੀ ਪੈਦਾ ਕਰਨ ਦੀ ਕਥਿਤ ਸਾਜ਼ਿਸ਼ ਰਚ ਰਿਹਾ ਹੈ। ਜਿਨ੍ਹਾਂ ਲੋਕਾਂ ਨੂੰ NIA ਨੇ ਨੋਟਿਸ ਭੇਜਿਆ ਹੈ ਉਹਨਾਂ ਦੇ ਵਿੱਚ ਬਲਦੇਵ ਸਿੰਘ ਸਿਰਸਾ ਨੇ, ਜਿਹੜੇ ਪ੍ਰਧਾਨ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਹਨ। ਪਟਿਆਲਾ ਤੋਂ ਪੱਤਰਕਾਰ ਬਲਤੇਜ ਪੰਨੂ ਨੇ, ਅਦਾਕਾਰ ਦੀਪ ਸਿੱਧੂ ਅਤੇ ਉਸ ਦੇ ਭਰਾ ਮਨਦੀਪ ਸਿੰਘ ਸਿੱਧੂ ਨੇ, ਅੰਮ੍ਰਿਤਸਰ ਤੋਂ ਪਰਮਜੀਤ ਸਿੰਘ ਅਕਾਲੀ ਨੇ, ਹੁਸ਼ਿਆਰਪੁਰ ਤੋਂ ਨੋਬਲਜੀਤ ਸਿੰਘ, ਲੁਧਿਆਣਾ ਤੋਂ ਜੰਗ ਸਿੰਘ, ਲੁਧਿਆਣਾ ਤੋਂ ਪ੍ਰਦੀਪ ਸਿੰਘ, ਬਰਨਾਲਾ ਤੋਂ ਸੁਰਿੰਦਰ ਸਿੰਘ ਠੀਕਰੀਵਾਲਾ, ਜਲੰਧਰ ਤੋਂ ਜਸਵੀਰ ਸਿੰਘ, ਧਰਮਕੋਟ ਤੋਂ ਪਲਵਿੰਦਰ ਸਿੰਘ, ਲੁਧਿਆਣਾ ਤੋਂ ਇੰਦਰਪਾਲ ਸਿੰਘ ਝੱਜ, ਅੰਮ੍ਰਿਤਸਰ ਤੋਂ ਰਣਜੀਤ ਸਿੰਘ, ਦਮਦਮੀ ਟਕਸਾਲ, ਹੁਸ਼ਿਆਰਪੁਰ ਤੋਂ ਕਰਨੈਲ ਸਿੰਘ ਦਸੂਹਾ, ਸ਼੍ਰੀ ਮੁਕਤਸਰ ਸਾਹਿਬ ਤੋਂ ਪੱਤਰਕਾਰ ਜਸਵੀਰ ਸਿੰਘ ਦੇ ਨਾਮ ਦੱਸੇ ਜਾ ਰਹੇ ਨੇ। ਤੁਸੀਂ ਦੇਖੋ ਕਿ ਇੱਕ ਨਹੀਂ ਕਈ ਬੰਦਿਆਂ ਨੂੰ, ਦਰਜਨਾਂ ਬੰਦਿਆਂ ਨੂੰ NIA ਵੱਲੋਂ ਨੋਟਿਸ ਕੱਢ ਦਿੱਤੇ ਗਏ ਹੈ ਅਤੇ ਸਾਰੇ ਦੇ ਸਾਰੇ ਇਸ ਵਕਤ ਇਹ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਨੇ। ਵੇਖਦੇ ਹਾਂ ਕਿ ਇਹਨਾਂ ਦੀ ਜਾਂਚ ਪੜਤਾਲ ਦੇ ਵਿੱਚੋਂ ਨਿਕਲ ਕੇ ਕੀ ਸਾਹਮਣੇ ਆਉਂਦਾ ਹੈ। ਇਹਦੇ ਉੱਤੇ ਫਿਰ ਉਹ ਆ ਕੇ ਕਿਹੋ ਜਿਹੀ ਪ੍ਰਤੀਕਿਰਿਆ ਦਿੰਦੇ ਆ ਤੇ ਉਹਨਾਂ ਤੋਂ ਪੁੱਛ ਗਿੱਛ ਵਕਤ ਕਿਹੋ ਜਿਹੇ ਸਵਾਲ ਤੇ ਕਿਹੋ ਜਿਹੇ ਜਵਾਬ ਦੇ ਕੇ ਵਾਪਸ ਪਰਤਦੇ ਆ। ਆਹ ਜਿਹੜੀ ਖਬਰ ਹੈ ਆਪਣੇ ਆਪ ਦੇ ਵਿੱਚ ਕਾਫੀ ਅਹਿਮ ਖਬਰ ਹੋ ਸਕਦੀ ਹੈ ਇਸ ਸੰਘਰਸ਼ ਦੇ ਵਾਸਤੇ, ਕਿਉਂਕਿ ਤੁਹਾਨੂੰ ਯਾਦ ਹੋਣਾ ਹੈ ਕਿ ਬੀਤੀ 12 ਤਰੀਕ ਨੂੰ 12 ਜਨਵਰੀ ਨੂੰ ਭਾਰਤ ਦੀ ਸਿਖਰਲੀ ਅਦਾਲਤ ਸੁਪਰੀਮ ਕੋਰਟ ਨੇ ਇੱਕ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਸੀ 4 ਮੈਂਬਰੀ, 4 ਦੇ ਵਿੱਚੋਂ ਇੱਕ ਵਿਕਟ ਡਿੱਗ ਗਈ ਹੈ ਤੇ ਹੁਣ ਬੰਦੇ ਰਹਿ ਗਏ ਉਹਦੇ ਵਿੱਚ 3। ਹੁਣ ਤੱਕ ਜਿੰਨੀਆਂ ਵੀ ਕਿਸਾਨ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨੇ ਉਹ ਹਰ ਤਰ੍ਹਾਂ ਦੀ ਕਮੇਟੀ ਤੋਂ ਇਨਕਾਰ ਕਰ ਰਹੇ ਨੇ। ਕਮੇਟੀ ਦਾ ਸੁਝਾਅ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵੀ ਦੇ ਚੁੱਕੇ ਨੇ, ਪਰ ਜਿਹੜੀ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਹੈ ਉਸ ਕਮੇਟੀ ਬਣਨ ਤੋਂ ਪਹਿਲਾਂ ਹੀ ਕਿਸਾਨ ਆਗੂ ਨੇ ਆਖਿਆ ਸੀ ਕਿ ਸਾਨੂੰ ਕੋਈ ਕਮੇਟੀ ਦੀ ਲੋੜ ਨਹੀਂ ਤੇ ਨਾ ਹੀ ਅਸੀਂ ਕਿਸੇ ਕਮੇਟੀ ਅੱਗੇ ਪੇਸ਼ ਹੋਵਾਂਗੇ, ਨਾ ਹੀ ਕਿਸੇ ਕਮੇਟੀ ਵਿੱਚ ਅਸੀਂ ਸ਼ਾਮਲ ਹੋਵਾਂਗੇ। ਪਰ ਆਹ ਖਬਰ ਇਸੇ ਕਰਕੇ ਅਹਿਮ ਹੈ ਕਿ ਇੱਕ ਜਥੇਬੰਦੀ ਨੇ ਆਖ ਦਿੱਤਾ ਕਿ ਕਮੇਟੀ ਬਣਾਓ। ਇਹ ਜਥੇਬੰਦੀ ਨੇ ਅਸਲ ਦੇ ਵਿੱਚ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ ਕਿ ਸੁਪਰੀਮ ਕੋਰਟ ਵੱਲੋਂ ਨਿਯੁਕਤ ਕੀਤੀ ਕਮੇਟੀ ਦੇ ਬਾਕੀ ਮੈਂਬਰਾਂ ਨੂੰ ਵੀ ਹਟਾ ਦਿੱਤਾ ਜਾਵੇ ਤੇ ਹੋਰ ਮੈਂਬਰ ਨਿਯੁਕਤ ਕੀਤੇ ਜਾਣ ਜਿਹੜੇ ਆਪਸੀ ਭਾਈਚਾਰੇ ਨਾਲ ਮਸਲੇ ਦਾ ਹੱਲ ਕਰ ਸਕਣ। ਇਹ ਯੂਨੀਅਨ ਕਿਹੜੀ ਹੈ? ਇਹ ਆ ਭਾਰਤੀ ਕਿਸਾਨ ਯੂਨੀਅਨ ਲੋਕ ਸ਼ਕਤੀ। ਇਹਨਾਂ ਨੇ ਕਿਹਾ ਕਿ ਕੁਦਰਤੀ ਨਿਆਂ ਦੇ ਸਿਧਾਂਤ ਦੀ ਉਲੰਘਣਾ ਹੋਣ ਜਾ ਰਹੀ ਹੈ ਕਿਉਂਕਿ ਉਹਨਾਂ ਵੱਲੋਂ ਨਿਯੁਕਤ ਕਮੇਟੀ ਦੇ 4 ਮੈਂਬਰ ਪਹਿਲਾਂ ਹੀ ਕਾਨੂੰਨਾਂ ਦੀ ਹਮਾਇਤ ਕਰ ਚੁੱਕੇ ਹੈ। ਇੱਕ ਹਲਫਨਾਮੇ ਵਿੱਚ ਜਥੇਬੰਦੀ ਨੇ ਕੇਂਦਰ ਸਰਕਾਰ ਦੀ ਇੱਕ ਪਟੀਸ਼ਨ ਨੂੰ ਵੀ ਰੱਦ ਕਰਨ ਦੀ ਮੰਗ ਕੀਤੀ ਹੈ, ਜਿਸ ਨੂੰ ਕੇਂਦਰ ਸਰਕਾਰ ਨੇ ਦਿੱਲੀ ਪੁਲਿਸ ਦੇ ਜ਼ਰੀਏ ਦਾਇਰ ਕਰਕੇ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਦਿਨ ਤਜਵੀਜ਼ਸ਼ੁਦਾ ਟਰੈਕਟਰ ਮਾਰਚ ਜਾਂ ਰੈਲੀ ਜਾਂ ਕਿਸੇ ਹੋਰ ਪ੍ਰਦਰਸ਼ਨ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਸੁਪਰੀਮ ਕੋਰਟ ਦੇ ਮੁੱਖ ਜੱਜ ਅਰਵਿੰਦ ਬੋਬੜੇ ਦੀ ਅਗਵਾਈ ਵਾਲਾ ਬੈਂਚ ਤਜਵੀਜ਼ਸ਼ੁਦਾ ਟਰੈਕਟਰ ਮਾਰਚ ਖਿਲਾਫ ਕੇਂਦਰ ਦੀ ਅਪੀਲ ਤੇ 18 ਤਰੀਕ ਨੂੰ ਸੁਣਵਾਈ ਤੇ ਸਹਿਮਤ ਹੋ ਗਿਆ ਸੀ। ਭਾਰਤੀ ਕਿਸਾਨ ਯੂਨੀਅਨ ਲੋਕ ਸ਼ਕਤੀ ਦੱਸਣਾ ਬਣਦਾ ਕਿ ਉਹਨਾਂ 40 ਕਿਸਾਨ ਜਥੇਬੰਦੀਆਂ ਦੇ ਵਿੱਚ ਸ਼ਾਮਲ ਹੈ ਜਿਹੜੀਆਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕਰਦੀਆਂ ਨੇ ਅਤੇ ਬੀਤੇ 52-53 ਦਿਨਾਂ ਤੋਂ ਦਿੱਲੀ ਦੀ ਸਰਹੱਦ ਤੇ ਅੰਦੋਲਨ ਕਰ ਰਹੀਆਂ ਨੇ। ਸੁਪਰੀਮ ਕੋਰਟ ਨੇ ਆਪਣੇ ਅੰਤਰਿਮ ਆਦੇਸ਼ ਦੇ ਵਿੱਚ ਅਗਲੇ ਆਦੇਸ਼ ਤੱਕ ਨਵੇਂ ਖੇਤੀ ਕਾਨੂੰਨਾਂ ਤੇ ਦੱਸਣਾ ਬਣਦਾ ਕਿ ਰੋਕ ਲਾਈ ਹੋਈ ਹੈ। ਸ਼ਿਕਾਇਤਾਂ ਸੁਣਨ ਅਤੇ ਰੇੜਕੇ ਦੇ ਹੱਲ ਤੇ ਸਿਫਾਰਿਸ਼ ਕਰਨ ਲਈ ਇੱਕ 4 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਉਹਨਾਂ ਦੇ ਵਿੱਚੋਂ ਭੁਪਿੰਦਰ ਸਿੰਘ ਮਾਨ ਹੋਰਾਂ ਨੇ ਆਪਣਾ ਨਾਮ ਵਾਪਸ ਲੈਣ ਵਾਸਤੇ ਅਪੀਲ ਕਰ ਦਿੱਤੀ ਸੀ ਕਿ ਲੋਕ ਭਾਈ ਵਿਰੋਧਤਾ ਕਰਦੇ ਆ, ਮੈਂ ਇਸ ਕਮੇਟੀ ਦਾ ਹਿੱਸਾ ਨਹੀਂ ਰਹਿ ਸਕਦਾ। ਹੁਣ ਆਹ ਜਥੇਬੰਦੀ ਜਿਹੜੀ ਇਹ ਕਹਿਣ ਲੱਗ ਪਈ ਹੈ ਕਿ ਇੱਕ ਨਵੀਂ ਕਮੇਟੀ ਬਣਾ ਦਿਓ। ਹੁਣ ਦੇਖੋ ਕਿ ਬਾਕੀ ਦੇ ਕਿਸਾਨ ਆਗੂ ਇਸ ਜਥੇਬੰਦੀ ਨੂੰ ਕਿਤੇ ਬਾਹਰ ਦਾ ਰਸਤਾ ਤਾਂ ਨਹੀਂ ਦਿਖਾਉਂਦੇ, ਕਿਉਂਕਿ ਸਾਰੇ ਦੇ ਸਾਰੇ ਕਿਸਾਨ ਆਗੂ ਹੁਣ ਤੱਕ ਇੱਕ ਮਤ ਸਨ ਕਿ ਕਿਸੇ ਵੀ ਤਰ੍ਹਾਂ ਦੀ ਕਮੇਟੀ ਦੀ ਸਾਨੂੰ ਜ਼ਰੂਰਤ ਨਹੀਂ। ਸਾਨੂੰ ਜੇ ਜ਼ਰੂਰਤ ਹੈ ਤਾਂ ਸਿਰਫ ਤੇ ਸਿਰਫ ਇਹ ਤਿੰਨੇ ਕਾਨੂੰਨ ਰੱਦ ਕਰਨ ਦੀ, ਸਾਨੂੰ MSP ਦੀ ਲਿਖਤੀ ਕਾਨੂੰਨੀ ਗਾਰੰਟੀ ਦੀ। ਦੇਖਦੇ ਹਾਂ ਕਿ ਆਹ ਜਥੇਬੰਦੀ ਦੇ ਇਸ ਬਿਆਨ ਤੋਂ ਬਾਅਦ ਜਥੇਬੰਦੀਆਂ ਕਿਹੋ ਜਿਹਾ ਸਟੈਂਡ ਲੈਂਦੀਆਂ ਨੇ ਜਾਂ ਫਿਰ ਇਸ ਜਥੇਬੰਦੀ ਨੂੰ ਆਪਣਾ ਬਿਆਨ ਵਾਪਸ ਲੈਣਾ ਪੈਂਦਾ ਹੈ। ਕਿਉਂਕਿ ਇੱਥੇ ਦੱਸਣਾ ਬਣਦਾ ਕਿ ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਕੁਝ ਮਹੀਨੇ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਸੁਪਰੀਮ ਕੋਰਟ ਦਾ ਰੁੱਖ ਕੀਤਾ ਸੀ। ਉਹਦੇ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੂੰ ਇਸ ਸੰਘਰਸ਼ ਦੇ ਵਿੱਚੋਂ ਵੱਖਰੇ ਕਰ ਦਿੱਤਾ ਗਿਆ ਸੀ ਤੇ ਉਸ ਜਥੇਬੰਦੀ ਵਿੱਚ ਫੁੱਟ ਵੀ ਪੈ ਗਈ ਸੀ
ਤੇ ਉਹਦੇ ਤੋਂ ਬਾਅਦ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਆਖਿਆ ਸੀ ਕਿ ਮਾਮਲਾ ਸਾਡਾ ਅਤੇ ਸਾਡੇ ਚੁਣੇ ਹੋਏ ਨੁਮਾਇੰਦਿਆਂ ਦਾ ਹੈ, ਸਾਡੇ ਵਿਚਕਾਰ ਹੈ, ਅਸੀਂ ਸੁਪਰੀਮ ਕੋਰਟ ਨਹੀਂ ਜਾਵਾਂਗੇ। ਪਰ ਹੁਣ ਇੱਕ ਭਾਰਤੀ ਕਿਸਾਨ ਯੂਨੀਅਨ ਵੱਲੋਂ ਇਹ ਕਹਿਣਾ ਕਿ ਇਸ ਕਮੇਟੀ ਨੂੰ ਭੰਗ ਕਰਕੇ ਨਵੀਂ ਕਮੇਟੀ ਬਣਾਈ ਜਾਵੇ। ਕਹਿਣ ਦਾ ਭਾਵ ਬਾਕੀ ਜਥੇਬੰਦੀਆਂ ਦੇ ਆਗੂ ਕਮੇਟੀ ਤੋਂ ਕਹਿੰਦੇ ਨੇ ਸਾਨੂੰ ਜ਼ਰੂਰਤ ਨਹੀਂ, ਤੇ ਇਸ ਜਥੇਬੰਦੀ ਦਾ ਕਹਿਣਾ ਕਿ ਕਮੇਟੀ ਬਣਾਓ, ਆਪਣੇ ਆਪ ਦੇ ਵਿੱਚ ਵਿਚਾਰਾਂ ਦਾ ਵਖਰੇਵਾਂ ਹੈ। ਅਗਲੀ ਖਬਰ ਪੰਜਾਬ ਨਾਲ ਹੀ ਸੰਬੰਧਿਤ ਹੈ। ਪੰਜਾਬ ਦੇ ਵਿੱਚ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਚੋਣ ਕਮਿਸ਼ਨਰ ਨੇ ਪੰਜਾਬ ਦੇ ਜਗਪਾਲ ਸਿੰਘ ਸੰਧੂ ਹੋਰਾਂ ਵੱਲੋਂ ਅੱਜ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਆਮ ਜਾਂ ਜ਼ਿਮਨੀ ਚੋਣਾਂ ਦਾ ਐਲਾਨ ਕੀਤਾ ਗਿਆ। ਇਹ ਚੋਣਾਂ 14 ਫਰਵਰੀ ਨੂੰ ਕਰਵਾਈਆਂ ਜਾਣੀਆਂ ਨੇ। ਐਲਾਨ ਹੋਣ ਦੇ ਨਾਲ ਹੀ ਪੰਜਾਬ ਦੇ ਸਾਰੇ ਚੋਣ ਹਲਕਿਆਂ ਦੇ ਵਿੱਚ ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ। ਚੋਣ ਪ੍ਰਕਿਰਿਆ ਦੇ ਮੁਕੰਮਲ ਹੋਣ ਤੱਕ ਚੋਣ ਜ਼ਾਬਤਾ ਲਾਗੂ ਰਹੇਗਾ। ਉਹਨਾਂ ਕਿਹਾ ਕਿ ਨਗਰ ਨਿਗਮ ਫਗਵਾੜੇ ਦੇ ERO ਵੱਲੋਂ ਤਿਆਰ ਕੀਤੀਆਂ ਗਈਆਂ ਵੋਟਰ ਸੂਚੀਆਂ ਦੇ ਵਿੱਚ ਕੁਝ ਕਮੀਆਂ ਸਾਹਮਣੇ ਆਈਆਂ ਨੇ, ਜਿਸ ਕਾਰਨ ਵੋਟਰ ਸੂਚੀਆਂ ਦੁਬਾਰਾ ਤਿਆਰ ਕਰਨ ਉਪਰੰਤ ਨਗਰ ਨਿਗਮ ਫਗਵਾੜਾ ਦੀਆਂ ਚੋਣਾਂ ਦੀਆਂ ਕਾਰਵਾਈਆਂ ਫਿਰ ਕੀਤੀਆਂ ਜਾਣਗੀਆਂ। ਇਸ ਸਬੰਧ ਵਿੱਚ ਹੋਰ ਜਾਣਕਾਰੀ ਦਿੰਦਿਆਂ ਪੰਜਾਬ ਦੇ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੇ ਕਿਹਾ ਕਿ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ 30 ਜਨਵਰੀ 2021 ਤੋਂ ਸ਼ੁਰੂ ਹੋਵੇਗੀ ਅਤੇ 3 ਫਰਵਰੀ 2021 ਤੱਕ ਨਾਮਜ਼ਦਗੀਆਂ ਭਰ ਲਈਆਂ ਜਾਣਗੀਆਂ। ਨਾਮਜ਼ਦਗੀਆਂ ਦੀ ਪੜਤਾਲ 4 ਫਰਵਰੀ 2021 ਨੂੰ ਕੀਤੀ ਜਾਏਗੀ, ਜਦਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਤਾਰੀਖ 5 ਫਰਵਰੀ 2021 ਹੋਵੇਗੀ ਅਤੇ ਇਸੇ ਤਰੀਕ ਨੂੰ ਭਾਵ 5 ਫਰਵਰੀ ਨੂੰ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ। ਚੋਣ ਪ੍ਰਚਾਰ 12 ਫਰਵਰੀ 2021 ਨੂੰ ਸ਼ਾਮ 5 ਵਜੇ ਤੱਕ ਕੀਤਾ ਜਾ ਸਕੇਗਾ। ਵੋਟਾਂ ਪੈਣ ਦਾ ਕੰਮ 14 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਏਗਾ। ਵੋਟਾਂ ਦੀ ਗਿਣਤੀ 17 ਫਰਵਰੀ 2021 ਨੂੰ ਕੀਤੀ ਜਾਏਗੀ। ਚੋਣਾਂ ਕਰਵਾਉਣ ਲਈ 145 ਰਿਟਰਨਿੰਗ ਅਫਸਰ, 145 ਸਹਾਇਕ ਰਿਟਰਨਿੰਗ ਅਫਸਰ ਨਿਯੁਕਤ ਕੀਤੇ ਗਏ ਹੈ। ਇਹਨਾਂ ਚੋਣਾਂ ਨੂੰ ਨਿਰਪੱਖਤਾ ਤੇ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚਾੜ੍ਹਨ ਦੇ ਵਾਸਤੇ 30 IAS ਜਾਂ PCS ਨੂੰ ਚੋਣ ਅਬਜ਼ਰਵਰ ਅਤੇ 6 IPS ਅਧਿਕਾਰੀਆਂ ਨੂੰ ਪੁਲਿਸ ਅਬਜ਼ਰਵਰ ਨਿਯੁਕਤ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਪੰਜਾਬ ਦੇ ਵਿੱਚ 8 ਨਗਰ ਨਿਗਮ ਲਈ 400 ਅਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ 1902 ਮੈਂਬਰ ਚੁਣੇ ਜਾਣਗੇ। ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਮਿਊਨਿਸਪਲ ਚੋਣਾਂ ਦੇ ਵਿੱਚ ਬੀਬੀਆਂ ਲਈ 50% ਰਾਖਵਾਂ ਕਰ ਦਿੱਤਾ ਗਿਆ ਹੈ ਤੇ ਇਹਨਾਂ ਚੋਣਾਂ ਵਿੱਚ ਪੰਜਾਬ ਦੇ 20,49,777 ਆਦਮੀ, 18,65,354 ਬੀਬੀਆਂ ਅਤੇ 149 ਟਰਾਂਸਜੈਂਡਰ ਵੋਟਰਾਂ ਦੇ ਨਾਲ ਕੁੱਲ ਗਿਣਤੀ 39,15,280 ਰਜਿਸਟਰਡ ਵੋਟਰਾਂ ਦੀ ਦੱਸੀ ਗਈ ਹੈ। ਚੋਣ ਕਮਿਸ਼ਨ ਦੇ ਵੱਲੋਂ 4,102 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹੈ ਅਤੇ 18,000 ਕਰਮਚਾਰੀਆਂ ਦੀ ਚੋਣ ਡਿਊਟੀ ਲਗਾਈ ਜਾਏਗੀ। ਇਹ ਚੋਣਾਂ ਵੀ EVM ਮਸ਼ੀਨਾਂ ਦੇ ਰਾਹੀਂ ਹੋਣਗੀਆਂ ਤੇ ਇਸ ਦੇ ਵਾਸਤੇ ਕਹਿੰਦੇ 7,000 EVM ਮਸ਼ੀਨਾਂ ਦਾ ਪ੍ਰਬੰਧ ਕਰ ਲਿਆ ਗਿਆ। ਹੁਣ ਦੇਖਦੇ ਹਾਂ ਆਮ ਤੌਰ ਤੇ ਜਿਹੜੀਆਂ ਇਹ ਨਗਰ ਨਿਗਮ ਚੋਣਾਂ ਹੋਣ ਜਾਂ ਬਾਈ ਇਲੈਕਸ਼ਨ ਹੋਣ, ਸੱਤਾਧਾਰੀ ਧਿਰ ਜੇਤੂ ਰਹਿੰਦੀ ਹੈ, ਪਰ ਹਾਲੇ ਸਮੇਂ ਤੋਂ ਪਹਿਲਾਂ ਹੈ ਕਿ 14 ਫਰਵਰੀ ਨੂੰ ਹੋਣ ਵਾਲੀਆਂ ਇਹਨਾਂ ਚੋਣਾਂ ਦੇ ਵਿੱਚ, ਕਿਉਂਕਿ ਆਮ ਆਦਮੀ ਪਾਰਟੀ ਵੀ ਚੋਣ ਲੜ ਰਹੀ ਹੈ, ਅਕਾਲੀ ਦਲ ਵੀ ਚੋਣ ਲੜ ਰਿਹਾ ਹੈ ਤੇ ਸੱਤਾਧਾਰੀ ਪਾਰਟੀ ਕਾਂਗਰਸ ਵੀ ਚੋਣ ਲੜ ਰਹੀ ਹੈ। ਦੇਖਾਂਗੇ ਕਿ ਇਹਨਾਂ ਚੋਣਾਂ ਦੇ ਵਿੱਚ ਕੀ ਆਮ ਰਵਾਇਤ ਦੇ ਮੁਤਾਬਕ ਸੱਤਾਧਾਰੀ ਪਾਰਟੀ ਹੀ ਕਾਮਯਾਬ ਰਹਿੰਦੀ ਹੈ, ਕਿਉਂਕਿ ਇੱਕ ਚੋਣ ਸਰਵੇ ਦੇ ਮੁਤਾਬਕ ਪੰਜਾਬ ਦੇ ਨਹੀਂ ਸਗੋਂ ਸਾਰੇ ਜਿਹੜੇ ਲੀਡਰ ਨੇ, ਜੇ ਆਪਾਂ ਉਹਨਾਂ ਦੀ ਗੱਲ ਕਰੀਏ, ਮੁੱਖ ਮੰਤਰੀਆਂ ਦੀ ਗੱਲ ਕਰੀਏ, ਸਮੁੱਚੇ ਭਾਰਤ ਦੇ ਮੁੱਖ ਮੰਤਰੀਆਂ ਦੇ ਵਿੱਚੋਂ ਸਭ ਤੋਂ ਮਾੜੀ ਕਾਰਗੁਜ਼ਾਰੀ ਵਾਲੇ 2 ਮੁੱਖ ਮੰਤਰੀ ਨੇ। ਪਹਿਲੇ ਨੰਬਰ ਤੇ ਉਹਨਾਂ ਵਿੱਚੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਇੱਕ ਸਰਵੇ ਦੇ ਵਿੱਚ ਐਲਾਨਿਆ ਗਿਆ ਹੈ ਤੇ ਇਸ ਸੂਚੀ ਦੇ ਵਿੱਚ ਦੂਸਰਾ ਸਥਾਨ ਕੈਪਟਨ ਅਮਰਿੰਦਰ ਸਿੰਘ ਦਾ ਹੈ। ਵੇਖਾਂਗੇ ਕਿ ਸੱਚਮੁੱਚ ਉਹ ਜਿਹੜਾ ਸਰਵੇ ਹੈ ਇਹਨਾਂ ਚੋਣਾਂ ਦੇ ਵਿੱਚ ਕੋਈ ਅਸਰ ਪਾਉਂਦਾ ਜਾਂ ਨਹੀਂ ਪਾਉਂਦਾ। ਅਗਲੀ ਖਬਰ ਕਿਸਾਨ ਅੰਦੋਲਨ ਦੇ ਨਾਲ ਜੁੜੀ ਹੈ। ਟਿੱਕਰੀ ਵਾਲੇ ਪਾਸੋਂ ਆ ਮੰਦਭਾਗੀ ਖਬਰ ਆਈ ਹੈ ਕਿ ਇਹਨਾਂ ਤਿੰਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਚੱਲ ਰਹੇ ਸੰਘਰਸ਼ ਦੇ ਦੌਰਾਨ ਕਿਸਾਨਾਂ ਦੀਆਂ ਲਗਾਤਾਰ ਮੌਤਾਂ ਹੋ ਰਹੀਆਂ ਨੇ। ਜਾਣਕਾਰੀ ਮਿਲੀ ਹੈ ਕਿ ਲੰਬੀ ਨੇੜਲੇ ਪਿੰਡ ਭੀਟੀਵਾਲਾ ਦਾ 35 ਵਰ੍ਹਿਆਂ ਦਾ ਇੱਕ ਨੌਜਵਾਨ ਕਿਸਾਨ ਆਪਣੀ ਜਾਨ ਕੁਰਬਾਨ ਕਰ ਗਿਆ। ਪਿੰਡ ਦੇ ਸਰਪੰਚ ਅਤੇ ਸ਼ਹੀਦ ਹੋਏ ਕਿਸਾਨ ਦੇ ਜਮਾਤੀ ਨੇ ਦੱਸਿਆ ਕਿ ਪਿੰਡ ਦਾ ਕਿਸਾਨ 35 ਵਰ੍ਹਿਆਂ ਦਾ ਬੋੜ ਸਿੰਘ ਬੀਤੇ 35 ਦਿਨਾਂ ਤੋਂ ਟਿੱਕਰੀ ਸਰਹੱਦ ਤੇ ਅੰਦੋਲਨ ਦੇ ਵਿੱਚ ਡਟਿਆ ਹੋਇਆ ਸੀ
ਉੱਥੇ ਵਲੰਟੀਅਰ ਦੇ ਤੌਰ ਤੇ ਬੋੜ ਸਿੰਘ ਕੰਮ ਕਰ ਰਿਹਾ ਸੀ। ਬੀਤੀ ਰਾਤ ਉਹ 3 ਵਜੇ ਤੱਕ ਪਹਿਰੇ ਤੇ ਰਿਹਾ, ਡਿਊਟੀ ਦੇ ਕੇ ਆ ਕੇ ਸੁੱਤਾ। ਜਦੋਂ 9 ਵਜੇ ਉਸਦੇ ਸਾਥੀਆਂ ਨੇ ਉਸ ਨੂੰ ਵੇਖਿਆ, ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਪ੍ਰਾਣ ਪੰਖੇਰੂ ਉੜ ਚੁੱਕੇ ਸਨ। ਜਾਣਕਾਰੀ ਅਨੁਸਾਰ ਸੁੱਤੇ ਪੈ ਨੂੰ ਬੋੜ ਸਿੰਘ ਦਾ ਹਾਰਟ ਫੇਲ ਹੋਇਆ। ਇਸ ਨੌਜਵਾਨ ਦੀ ਮੌਤ ਦੇ ਕਾਰਨ ਇਲਾਕੇ ਦੇ ਵਿੱਚ ਕਾਫੀ ਸੋਗ ਦੀ ਲਹਿਰ ਹੈ। ਲੋਕ ਉਹਨਾਂ ਦੇ ਘਰ ਦੇ ਵਿੱਚ ਇਸ ਵਕਤ ਅਫਸੋਸ ਕਰ ਰਹੇ ਹੈ। ਮ੍ਰਿਤਕ ਕਿਸਾਨ ਇੱਕ ਛੋਟਾ ਕਿਸਾਨ ਸੀ, ਆਪਣੇ ਪਿੱਛੇ ਪਤਨੀ ਅਤੇ ਇੱਕ 12 ਵਰ੍ਹਿਆਂ ਦਾ ਪੁੱਤਰ ਛੱਡ ਗਿਆ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਅੱਜ ਦੇਰ ਰਾਤ ਉਸ ਦੀ ਦੇਹ ਪਿੰਡ ਪੁੱਜੇਗੀ ਅਤੇ ਅੰਤਮ ਸੰਸਕਾਰ ਐਤਵਾਰ ਵਾਲੇ ਦਿਨ ਕਰ ਦਿੱਤਾ ਜਾਏਗਾ। ਇਸ ਨੌਜਵਾਨ ਦੀ ਖਬਰ ਨੇ ਇੱਕ ਵਾਰੀ ਫਿਰ ਪੂਰੇ ਪਿੰਡ ਦੇ ਵਿੱਚ ਸੋਗ ਦਾ ਮਾਹੌਲ ਬਣਾ ਦਿੱਤਾ ਹੈ। ਅਗਲੀ ਖਬਰ ਇੱਕ ਪੋਜ਼ਿਟਿਵ ਖਬਰ ਹੈ ਕਿ ਦਿੱਲੀ ਦੀਆਂ ਸਰਹੱਦਾਂ ਤੇ ਚੱਲ ਰਿਹਾ ਸੰਘਰਸ਼ ਦੇਖੋ ਕਿਵੇਂ ਲਗਾਤਾਰ ਵਧਦਾ ਜਾ ਰਿਹਾ ਹੈ। ਕੜਾਕੇ ਦੀ ਸਰਦੀ ਵੀ ਹੈ। ਦੂਸਰੇ ਪਾਸੇ ਸਰਕਾਰ ਵੀ ਟਸ ਤੋਂ ਮਸ ਨਹੀਂ ਹੋ ਰਹੀ, ਪਰ ਦੂਸਰੇ ਪਾਸੇ ਲੋਕਾਂ ਦੇ ਵੀ ਹੌਸਲੇ ਬੁਲੰਦ ਨੇ। ਜਾਣਕਾਰੀ ਮਿਲ ਰਹੀ ਹੈ ਕਿ ਇਤਿਹਾਸਕ ਨਗਰ ਸੁਲਤਾਨਪੁਰ ਲੋਧੀ ਦਾ ਨੇੜਲਾ ਪਿੰਡ ਹੈ ਡੱਲਾ ਸਾਹਿਬ ਦੇ ਬਜ਼ੁਰਗ ਜਗੀਰ ਸਿੰਘ ਸਾਈਕਲ ਤੇ ਦਿੱਲੀ ਨੂੰ ਚਾਲੇ ਪਾ ਦਿੱਤੇ ਉਹਨਾਂ ਨੇ। ਸਰਦਾਰ ਜਗੀਰ ਸਿੰਘ ਪੰਜਾਬ ਦੇ ਮਸ਼ਹੂਰ ਲੋਕ ਗਾਇਕ ਗੁਰਮੀਤ ਮੀਤ ਦੇ ਪਿਤਾ ਜੀ ਨੇ। ਇਸੇ ਤਰ੍ਹਾਂ ਲੰਬੇ ਸਮੇਂ ਤੋਂ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਵਿੱਚ ਹਿੱਸਾ ਲੈਣ ਲਈ ਟਾਂਡਾ ਤੋਂ ਉੱਘੇ ਸਮਾਜ ਸੇਵੀ ਚਰਨ ਸਿੰਘ ਰਜਿੰਦਰਾ ਮੈਡੀਕਲ ਸਟੋਰ ਟਾਂਡਾ ਵਾਲਿਆਂ ਨੇ ਵੀ ਅੱਜ ਸਾਈਕਲ ਤੇ ਦਿੱਲੀ ਵੱਲ ਕੂਚ ਕਰ ਦਿੱਤਾ ਹੈ। ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਉਹਨਾਂ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਸੰਤ ਬਾਬਾ ਪ੍ਰੇਮ ਸਿੰਘ ਨਗਰ ਟਾਂਡਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਹੋ ਕੇ ਦਿੱਲੀ ਕਿਸਾਨ ਅੰਦੋਲਨ ਤੇ ਕਿਸਾਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕੀਤੀ ਤੇ ਫਿਰ ਦਿੱਲੀ ਨੂੰ ਚਾਲੇ ਪਾ ਦਿੱਤੇ। ਇਸੇ ਤਰ੍ਹਾਂ ਕਿਸਾਨ ਮਾਰੂ ਖੇਤੀਬਾੜੀ ਸੁਧਾਰ ਕਾਨੂੰਨਾਂ ਦੇ ਖਿਲਾਫ ਵਿੱਢੇ ਹੋਏ ਇਸ ਸੰਘਰਸ਼ ਦੇ ਵਿੱਚ ਸ਼ਮੂਲੀਅਤ ਕਰਨ ਦੇ ਵਾਸਤੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਪੰਜਵੜ ਤੋਂ ਦਿਲਬਾਗ ਸਿੰਘ ਆਪਣੇ ਸਾਈਕਲ ਤੇ 470 ਕਿਲੋਮੀਟਰ ਲੰਬਾ ਪੈਂਡਾ ਤੈਅ ਕਰਕੇ ਇਸ ਸੰਘਰਸ਼ ਦਾ ਹਿੱਸਾ ਬਣ ਚੁੱਕੇ ਨੇ ਤੇ ਸਿੰਘੂ ਬਾਰਡਰ ਤੇ ਪੁੱਜ ਚੁੱਕੇ ਨੇ। ਦਿਲਬਾਗ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਉਹ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅਜੋਕੇ ਦੌਰ ਵਿੱਚ ਕਿਸਾਨ ਤੇ ਮਜ਼ਦੂਰ ਜਿਹੜੇ ਦਿੱਲੀ ਦੀਆਂ ਸਰਹੱਦਾਂ ਤੇ ਠੰਡੀਆਂ ਰਾਤਾਂ ਕੱਟਣ ਵਾਸਤੇ ਮਜਬੂਰ ਨੇ, ਉਹਨਾਂ ਦੇ ਨਾਲ ਉਹਨਾਂ ਨੂੰ ਹੌਸਲਾ ਦੇਣ ਵਾਸਤੇ ਪਹੁੰਚੇ ਨੇ। ਉਹ ਕਹਿੰਦੇ ਕੜਾਕੇ ਦੀ ਠੰਡ ਦੇ ਵਿੱਚ ਕਿਸਾਨ ਡਟੇ ਹੋਏ ਨੇ, ਮਜ਼ਦੂਰ ਡਟੇ ਹੋਏ ਨੇ। ਮੇਰੇ ਤੋਂ ਉਹਨਾਂ ਦਾ ਹਾਲ ਦੇਖਿਆ ਨਹੀਂ ਸੀ ਜਾ ਰਿਹਾ। ਮੈਂ ਖਬਰਾਂ ਦੇਖ ਦੇਖ ਕੇ ਪਰੇਸ਼ਾਨ ਹੋ ਰਿਹਾ ਸੀ। ਸੋਚਿਆ ਕਿ ਮੈਂ ਵੀ ਕਿਉਂ ਨਾ ਉਹਨਾਂ ਦਾ ਸਾਥੀ ਬਣਾ। ਉਹ ਕਹਿੰਦਾ ਫਿਰ ਮੈਂ ਮਨ ਬਣਾ ਲਿਆ, ਸਾਈਕਲ ਚੁੱਕ ਲਿਆ ਤੇ 470 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ 3 ਦਿਨਾਂ ਦੇ ਵਿੱਚ ਮੈਂ ਦਿੱਲੀ ਪਹੁੰਚਿਆ। ਉਹ ਬੀਤੇ ਕਈਆਂ ਦਿਨਾਂ ਤੋਂ ਸਿੰਘੂ ਸਰਹੱਦ ਤੇ ਡਟੇ ਹੋਏ ਨੇ। ਜਦੋਂ ਪੁੱਛਿਆ ਕਿ ਕਿੰਨੇ ਦਿਨ ਸਰਹੱਦ ਤੇ ਰਹੋਗੇ, ਉਹ ਕਹਿੰਦੇ ਹੁਣ ਤਾਂ ਜਿੰਨੇ ਦਿਨ ਸਾਹ ਨੇ ਜਾਂ ਫਿਰ ਜਿੰਨਾ ਚਿਰ ਇਹ ਅੰਦੋਲਨ ਚੱਲੇਗਾ ਉਨੀ ਦੇਰ ਮੈਂ ਸਿੰਘੂ ਸਰਹੱਦ ਤੇ ਡਟਿਆ ਰਹਿਣਾ। ਸੋ ਦੋਸਤੋ ਦੇਖੋ ਕਿ ਇੱਕ ਪਾਸੇ NIA ਦੇ ਨੋਟਿਸ ਵੀ ਨੇ, ਦੂਸਰੇ ਪਾਸੇ ਜਾਨਾਂ ਵੀ ਕੁਰਬਾਨ ਹੋ ਰਹੀਆਂ ਨੇ ਤੇ ਨਾਲ ਕਈ ਡਰਾਵੇ ਦਿੱਤੇ ਜਾ ਰਹੇ ਨੇ। ਤਾਂ ਵੀ ਬਜ਼ੁਰਗ ਵੀ ਇਸ ਵਕਤ ਸਾਈਕਲ ਚੁੱਕ ਕੇ, ਕਿਉਂਕਿ ਹੋ ਸਕਦਾ ਟਰੈਕਟਰ ਉਹਨਾਂ ਕੋਲ ਨਾ ਹੋਵੇ, ਹੋ ਸਕਦਾ ਉਹਨਾਂ ਨੂੰ ਕੋਈ ਕਾਰ ਸਕੂਟਰ ਮੋਟਰਸਾਈਕਲ ਚਲਾਉਣਾ ਨਾ ਆਉਂਦਾ ਹੋਵੇ, ਪਰ ਆਪਣਾ ਯੋਗਦਾਨ ਕਿਵੇਂ ਪਾ ਰਹੇ ਨੇ। ਕੋਈ ਪੈਦਲ ਮਾਰਚ ਕਰ ਰਿਹਾ ਹੈ, ਕੋਈ ਸਾਈਕਲ ਮਾਰਚ ਕਰ ਰਿਹਾ ਹੈ ਤੇ ਹੁਣ 26 ਤਰੀਕ ਨੂੰ ਟਰੈਕਟਰ ਮਾਰਚ ਵੀ ਹੋਣਾ। ਸੋ ਦੋਸਤੋ ਇਹ ਕੁਝ ਜਾਣਕਾਰੀਆਂ, ਇਹ ਕੁਝ ਖਬਰਾਂ ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ। ਸੋ ਜੇਕਰ ਜਾਣਕਾਰੀਆਂ ਚੰਗੀਆਂ ਲੱਗੀਆਂ ਨੇ, ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਲਿਓ, ਲਾਈਕ ਵੀ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਆਪਣੀ ਕੀਮਤੀ ਰਾਏ ਸਾਡੇ ਤੱਕ ਜ਼ਰੂਰ ਪੁੱਜਦੀ ਕਰਿਓ। ਤੁਹਾਡੇ ਧੰਨਵਾਦੀ ਹੋਵਾਂਗੇ। ਤੇ ਹੁਣ ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜ਼ਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।